सतनाम श्री वाहिगुरु साहिब जीओ। हम संतन की रेन प्यारे, हम संतन की सरना। संत हमारी ओट सताणी, संत हमारा गहना। हम संतन स्यों बण आई, पूरब लिखिया पाई। एहो मन तेरा भाई, पदत पावन भगत वत्सल किरपा निधान। दसां पातशाहियां दी जोत, चवर छतर तख्त मालक। गुरता गद्दी ते सुभायमान साहिब श्री गुरु ग्रंथ साहिब जी महाराज। सतगुरां दी पावन पवित्र हजूरी अंदर साढ़े बहुत ही सन्मानयोग सेवा सिमरन दे पुंज श्रीमान सचखंड वासी संत बाबा चरण सिंह जी सरियाली साहब वाले, तिन्हां दी पावन पवित्र याद बड़े श्रीमान संत बाबा सुखा सिंह जी, श्रीमान संत बाबा हाकम सिंह जी, सत्कारे योग माता जी तथा समूह इलाका निवासी संगतां बड़े प्रेम उत्साह के नाल मना रहे हैं। सतगुरु जी ने गुरबाणी दे अंदर संतां दी परिभाषा दसी है, जिथों सानू इस गल की सोझी प्राप्त होती है कि संत कौन ने। पंजाब तो बाहर वैसे संत उहनूं मन्निया जांदा जिहड़ा विआह ना करवावे और घर छड्डे ते भंगवे रंग के वस्त्र पा के सारी उम्र विचरे, एक जगह अपना थां ना बनावे। ये पंजाब तो बाहर उन्हां नूं संत मन्निया जाता है। पर गुरमत अनुसार संत कौन है तो महाराज दसदे ने, जिन्ना सास गिरास ना विसरै, हरनामा मन मंत, धन से ही नानका, पूर्ण सोई संत। जिन्हों वाहिगुरु परमेश्वर का सिमरन, वाहिगुरु परमेश्वर की याद एक सेकंड भी ना भुले, जिहदा ध्यान रब दे विच ही जुड़िया रहे। आप हैरान होवोगे, धार्मिक ग्रंथां दे अंदर लिखिया है कि जे कोई सज्जन 40,000 वार एक दिहाड़ी च वाहिगुरु दा सिमरन करे जबान दे नाल, तां फिर उहदी अगली अवस्था जिहड़ी है वो खुलदी है, जिन्हों कहिंदे ने मधमा जाप। फिर उहदे गल दे विच महाराज दा सिमरन चलन लग पैंदा है। जदों 40,000 वार रोज गल दे विच सिमरन करन लग पवे, तां फिर उहदे हिरदे दे विच वाहिगुरू दा नाम चलन लग पैंदा है। जे 40,000 वार
ਜਦੋਂ ਰੋਜ਼ ਹਿਰਦੇ ਦੇ ਵਿੱਚ ਮਹਾਰਾਜ ਦਾ ਨਾਮ ਜਪਣ ਲੱਗ ਪਵੇ ਤਾਂ ਫੇਰ ਜਾ ਕੇ ਉਹਦੀ ਅਵਸਥਾ ਬਣਦੀ ਆ ਜਿਹਨੂੰ ਕਹਿੰਦੇ ਸਵਾਸ ਸਵਾਸ ਨਾਮ ਜਪਣਾ। ਉਹ ਨਾਭੀ ਦੇ ਵਿੱਚ ਉਤਰ ਜਾਂਦਾ ਹੈ। ਕਈ ਸੱਜਣ ਕਹਿ ਦਿੰਦੇ ਆ ਵੀ ਕੋਈ ਨਹੀਂ, ਭਾਵੇਂ 5 ਮਿੰਟ ਹੀ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਪਰ 5 ਮਿੰਟ ਦੇ ਨਾਲ ਤਾਂ ਨਹੀਂ ਖਹਿੜਾ ਛੁੱਟਦਾ। ਇਹ ਤੇ ਇੱਕ ਸਿਆਣੇ ਬੰਦਿਆਂ ਦੀ, ਸਿਆਣੇ ਸੱਜਣਾਂ ਦੀ ਇੱਕ ਤਕਨੀਕ ਹੁੰਦੀ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਥੋੜਾ ਥੋੜਾ ਸਵਾਦ ਪਾਈਏ ਰੱਬ ਦੇ ਨਾਮ ਜਪਣ ਦਾ। ਬਾਕੀ ਸਤਿਗੁਰੂ ਜੀ ਦੀ ਬਖਸ਼ਿਸ਼ ਹੋਵੇ, ਉਹ ਭਾਵੇਂ 1 ਸਕਿੰਟ ਵਿੱਚ ਹੀ ਕਿਰਪਾ ਕਰ ਦੇਣ। ਤਾਂ ਮੈਂ ਸੋਚਦਾ ਪਿਆ ਸੀ ਵੀ ਗੁਰਬਾਣੀ ਕਹਿੰਦੀ ਹੈ ਨਾਨਕ ਸਾਧ ਪੂਰਨ ਭਗਵਾਨ। ਜਿਹੜੇ ਸਾਧ ਨੇ ਉਹ ਸੱਚੀ ਮੁੱਚੀ ਰੱਬ ਨੇ, ਇਹ ਗੁਰਬਾਣੀ 'ਚ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ। ਜਿਹੜੇ ਸੰਤ ਨੇ, ਜੇ ਤੂੰ ਰੱਬ ਵੇਖਣਾ ਤੇ ਸੰਤ ਦੇ ਦਰਸ਼ਨ ਕਰ। ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨੇ ਨਾਨਕ ਸਾਧ ਪੂਰਨ ਭਗਵਾਨ। ਪਰ ਸੰਤ ਦੀ ਅਵਸਥਾ ਕਿੱਡੀ ਉੱਚੀ ਹੋਵੇਗੀ। ਇੱਕ ਉਪਨਿਸ਼ਦ ਦੇ ਵਿੱਚ ਬੜਾ ਸੁੰਦਰ ਲਿਖਿਆ ਹੈ। ਕਿਸੇ ਸੱਜਣ ਨੇ ਸਵਾਲ ਕੀਤਾ ਕਿਸੇ ਮਹਾਤਮਾ ਨੂੰ ਵੀ ਪਰਮਾਤਮਾ ਦੇ ਦਰਸ਼ਨ ਕਿਸੇ ਨੂੰ ਹੋ ਸਕਦੇ ਆ? ਮੰਨ ਲਓ ਗੁਰੂ ਨਾਨਕ ਦੇਵ ਸਾਹਿਬ ਦੇ ਦਰਸ਼ਨ ਕਿਸੇ ਨੂੰ ਹੋ ਸਕਦੇ ਆ, ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਿਸੇ ਨੂੰ ਦਰਸ਼ਨ ਹੋ ਸਕਦੇ ਨੇ? ਜਿੱਦਾਂ ਉਹ ਸਰੀਰ ਦੇ ਵਿੱਚ ਵਿਚਰਦੇ ਸੀ, ਜੋਤ ਰੂਪ ਕਰਕੇ ਤਾਂ ਭਾਵੇਂ ਉਹ ਸਾਡੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ ਹਾਜ਼ਰ ਨੇ। ਤਾਂ ਉਪਨਿਸ਼ਦ ਦੇ ਵਿੱਚ ਜਵਾਬ ਆਇਆ ਵੀ ਜਿਹੜਾ ਸੱਜਣ 3.5 ਕਰੋੜ ਵਾਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੇ, ਮਨ ਇਕਾਗਰ ਕਰਕੇ, ਚਿੱਤ ਟਿਕਾ ਕੇ ਤੇ ਚੌਂਕੜੇ 'ਚ ਬਹਿ ਕੇ, ਉਹ ਤੇ ਹੌਲੀ ਹੌਲੀ ਮਹਾਰਾਜ ਦੀ ਕਿਰਪਾ ਹੁੰਦੀ, ਉਹਨੂੰ ਫਿਰ ਭਗਵਾਨ ਦੇ ਦਰਸ਼ਨ ਹੋ ਜਾਂਦੇ। ਹੁਣ ਆਪਣੇ ਭਗਵਾਨ ਕੌਣ? ਆਪਣੇ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ। ਸਾਡੇ ਭਗਵਾਨ ਤੇ 10 ਪਾਤਸ਼ਾਹੀਆਂ ਨੇ। ਮੈਨੇ ਜੇ ਕੋਈ 3.5 ਕਰੋੜ ਚੌਂਕੜਾ ਮਾਰ ਕੇ ਤੇ ਨਿਸ਼ਕਾਮ ਹੋ ਕੇ ਸਿਮਰਨ ਕਰੇ ਤੇ ਕਹਿੰਦੇ ਹੋ ਜਾਂਦੇ। ਹੁਣ 3.5 ਕਰੋੜ ਕਿਹੜੇ ਸ਼ਬਦ ਦਾ ਜਾਪ ਕਰੇ? ਕਹਿੰਦੇ ਮੂਲ ਮੰਤਰ ਦਾ। ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ। ਤੇ ਮੈਂ ਹਿਸਾਬ ਲਾਉਂਦਾ ਪਿਆ ਸੀ ਇਹ ਸੰਤ ਕਿੱਡੇ ਵੱਡੇ ਹੁੰਦੇ। ਗੱਲ ਤੇ ਇਹ ਹੈ ਨਾ ਵੀ ਸੰਤ ਕਿੱਡੇ ਵੱਡੇ ਹੁੰਦੇ। ਤੇ ਜੇ ਵਾਹਿਗੁਰੂ ਮੰਤਰ ਦਾ ਸਿਮਰਨ ਕਰਨਾ ਹੋਵੇ ਤਾਂ ਫਿਰ 13 ਕਰੋੜ ਕਰੇ। 13 ਕਰੋੜ ਇੱਕ ਚੌਂਕੜੇ 'ਚ। ਇੱਕ ਚੌਂਕੜੇ ਦਾ ਮਤਲਬ ਇਹ ਨਹੀਂ ਹੁੰਦਾ ਵੀ ਉੱਠਣਾ ਨਹੀਂ ਆ, ਨਹਾਉਣਾ ਨਹੀਂ ਆ, ਖਾਣਾ ਨਹੀਂ ਆ। ਇੱਕ ਚੌਂਕੜੇ ਦਾ ਮਤਲਬ ਵੀ ਜਿੱਦਾਂ 4 ਘੰਟੇ ਸਵੇਰੇ ਲਾ ਲਏ, 4 ਘੰਟੇ ਦੁਪਹਿਰੇ ਲਾ ਲਏ, 4 ਘੰਟੇ ਤਕਾਲੀ ਲਾ ਲਏ, ਰਾਤ ਲਾ ਲਏ। ਇੱਦਾਂ ਵਧਾਉਂਦਾ ਵਧਾਉਂਦਾ 13 ਕਰੋੜ ਉਹਦਾ ਜਾਪ ਕਰੇ ਤਾਂ ਫਿਰ ਕਹਿੰਦੇ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਆ। ਤਾਂ ਸੰਤ ਕਿੱਡੇ ਉੱਚੇ ਸੁੱਚੇ ਹੋਣਗੇ। ਇਹ ਸੰਤ ਲਿਖਾਉਣਾ ਕਿੱਡਾ ਸੌਖਾ ਵਾ। ਤਾਂ ਮਹਾਰਾਜ ਕਬੀਰ ਸਾਹਿਬ ਕਹਿੰਦੇ ਹਮੋ ਸੋ ਬੂਝਾ ਬੂਝਣਾ ਪੂਰੀ ਭਰੀ ਬਲਾਏ। ਕਹਿੰਦੇ ਭਾਈ ਰੱਬ ਦਾ ਨਾਮ ਜਪਣਾ ਬਹੁਤ ਔਖਾ ਹੈ। ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ, ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਸਰਿਆਲੀ ਸਾਹਿਬ ਵਾਲੇ, ਇਹ ਅਸਲੀ ਸੰਤ ਸਨ। ਕਈ ਸੱਜਣ ਬੜੀ ਲੰਬੀ ਅਰਦਾਸ ਮਹਾਰਾਜ ਅੱਗੇ ਕਰਦੇ ਆ। ਸੰਤ ਬਾਬਾ ਤਾਰਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ ਕਹਿੰਦੇ ਵੀ ਜਦੋਂ ਗੁਰੂ ਸਾਹਿਬ ਦੇ ਕਿਸੇ ਨੂੰ ਦਰਸ਼ਨ ਹੁੰਦੇ ਆ, ਉਹ ਸਕਿੰਟਾਂ ਦੀ ਖੇਡ ਹੁੰਦੀ ਆ, ਸਕਿੰਟਾਂ ਦੀ। ਕਹਿੰਦੇ ਤੁਸੀਂ ਬਹੁਤਾ ਕੁਝ ਮੰਗ ਹੀ ਨਹੀਂ ਸਕਦੇ।
इस करके जदों भी महाराज अगे अरदास करनी आ तां कहिंदे कोई एक चीज़ मंगो। कहिंदे असीं तां ये मंगते रहे सी भी महाराज पढ़दे ढको, इहदे विच सारा कुछ ही आ जाता है। जां फिर कहिंदे असीं ये मंगना कि सच्चे पातशाह मंगण की जाच नहीं, आप किरपा करो। क्योंकि जिहड़ा छोटा बच्चा है ਉਹਨੂੰ ਉਹਦਾ ਪਿਓ ਸਾਰੀ ਜਾਇਦਾਦ ਦੇਣ ਨੂੰ ਫਿਰਦਾ ਹੈ, ਉਹ ਕਹਿੰਦਾ ਨਹੀਂ ਮੈਂ ਲੈਣੀ ਆਹ ਚੀਜ਼ ਆ, ਉਹਨੂੰ ਇਹ ਪਤਾ ਹੀ ਨਹੀਂ ਵੀ ਸਾਰਾ ਕੁਝ ਹੀ ਉਹਦਾ ਵਾ। ਤਾਂ ਜਾਂ ਕਹਿੰਦੇ ਮਹਾਰਾਜ ਜੀ ਮਹਾਂਪੁਰਖ ਬਚਨ ਕਰਦੇ ਸੀ ਵੀ ਮੰਮਾ ਮੰਗਣ ਹਾਰ ਇਆਨਾ ਦੇਵਨ ਹਾਰ ਦੇ ਰਹਿਓ ਸੁਜਾਨਾ। ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀ। ਜਾਂ ਫਿਰ ਉਹਨਾਂ ਦਾ ਤੀਜਾ ਬਚਨ ਇਹ ਸੀ ਵੀ ਜਦੋਂ ਮਹਾਰਾਜ ਦੀ ਹਜ਼ੂਰੀ 'ਚ ਆਓ ਤਾਂ ਫਿਰ ਜਾਂ ਫਿਰ ਇਹ ਮੰਗੋ ਵੀ ਸੱਚੇ ਪਾਤਸ਼ਾਹ ਜਿੱਥੇ ਤੂੰ ਰੱਖਦਾ ਵਾਂ ਉੱਥੇ ਮੈਨੂੰ ਰਾਜੀ ਰੱਖ, ਪ੍ਰਸੰਨ ਰੱਖ, ਆਪਦੇ ਭਾਣੇ 'ਚ ਰੱਖ, ਸੰਤੋਖ 'ਚ ਰੱਖ, ਜਿੱਥੇ ਵੀ ਤੂੰ ਮੈਨੂੰ ਰੱਖਦਾ ਪਿਆ ਵਾ, ਜਿਹੋ ਜਿਹੇ ਹਾਲਾਤਾਂ ਵਿੱਚ ਤੂੰ ਮੈਨੂੰ ਰੱਖਦਾ ਪਿਆ। ਤਾਂ ਸੰਤਾਂ ਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਈ ਵਾਰੀ ਹੋਏ। ਸੰਤ ਬਾਬਾ ਤਾਰਾ ਸਿੰਘ ਜੀ ਸਰਿਆਲੀ ਸਾਹਿਬ ਵਾਲਿਆਂ ਤਾਂ ਉਹ ਬਚਨ ਕਰਦੇ ਸੀ ਵੀ ਮਹਾਰਾਜ ਦੇ ਦਰਸ਼ਨ ਸਕਿੰਟਾਂ 'ਚ ਹੁੰਦੇ ਨੇ। ਤੇ ਕਹਿੰਦੇ ਇਹ ਗੱਲ ਨਹੀਂ ਸਮਝ ਆਉਂਦੀ ਵੀ ਜਿਹੜੇ ਸੱਜਣ 10 ਅਰਦਾਸਾਂ ਕਰੀ ਜਾਂਦੇ, ਇਹ ਨਹੀਂ ਸਮਝ ਆਉਂਦੀ। ਇੱਕ ਚੀਜ਼ ਮੰਗੋ ਜੇ ਮੰਗਣੀ ਹੈ। ਇਸੇ ਤਰ੍ਹਾਂ ਹੋਰ ਵੀ ਬੇਅੰਤ ਬਚਨ ਮਹਾਂਪੁਰਸ਼ਾਂ ਸੰਤਾਂ ਸਾਧੂਆਂ ਦੇ ਆਉਂਦੇ ਨੇ। ਇੱਕ ਵਾਰ ਦੀ ਗੱਲ ਹੈ ਵੀ ਸੇਵਾ ਚੱਲਦੀ ਪਈ ਸੀ ਜਿੱਥੇ ਵੱਡਾ ਸਰੋਵਰ ਬਣਦਾ ਪਿਆ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਯਾਦ 'ਚ। ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਾਝੇ ਦੇ ਇਲਾਕੇ ਦੇ ਵਿੱਚ ਇਹੋ ਜਿਹਾ ਤੀਰਥ ਬਣਾਉਣਾ ਚਾਹੁੰਦੇ ਸੀ ਜਿੱਥੇ ਸਾਰੀਆਂ ਮਾਝੇ ਦੀਆਂ ਸੰਗਤਾਂ ਇਕੱਠੀਆਂ ਹੋ ਸਕਣ। ਕਿਉਂਕਿ ਮਾਝੇ ਦੇ ਇਲਾਕੇ ਦੇ ਵਿੱਚ ਕਬਰਾਂ ਦੀ ਪੂਜਾ ਬਹੁਤ ਜ਼ਿਆਦਾ ਸੀ, ਲੋਕ ਪੀਰਾਂ ਫਕੀਰਾਂ ਨੂੰ ਬਹੁਤ ਪੂਜਦੇ ਸਨ। ਦੁਆਬੇ ਦੇ ਇਲਾਕੇ ਦੇ ਵਿੱਚ ਲੋਕ ਜਠੇਰਿਆਂ ਨੂੰ ਬਹੁਤ ਪੂਜਦੇ ਆ। ਮਾਲਵੇ ਦੇ ਇਲਾਕੇ ਦੇ ਲੋਕ ਡੇਰਿਆਂ ਨੂੰ ਬਹੁਤ ਪੂਜਦੇ ਆ। ਤਾਂ ਇਹ ਮੁਸਲਮਾਨਾਂ ਨੂੰ ਇਲਾਕਾ ਜ਼ਿਆਦਾ ਪੂਜਦਾ ਹੋਣ ਕਰਕੇ ਮਹਾਰਾਜ ਇੱਕ ਇਹੋ ਜਿਹਾ ਤੀਰਥ ਬਣਾਉਣਾ ਚਾਹੁੰਦੇ ਸੀ ਵੀ ਜਿੱਥੇ ਸਾਰੀਆਂ ਸਿੱਖ ਸੰਗਤਾਂ ਇਕੱਠੀਆਂ ਹੋਣ ਤੇ ਗੁਰਮਤਿ ਦਾ ਪ੍ਰਚਾਰ ਹੋਵੇ। ਤਾਂ ਮਹਾਰਾਜ ਜੀ ਸਰਿਆਲੀ ਸਾਹਿਬ ਇੱਥੇ ਉਹਨਾਂ ਨੇ ਆਣ ਕੇ ਇਲਾਕੇ ਦੇ ਸਿੱਖਾਂ ਨੂੰ ਆਖਿਆ ਵੀ ਜੇ ਤੁਸੀਂ ਸਾਨੂੰ ਜ਼ਮੀਨ ਦਿਓ ਤੇ ਅਸੀਂ ਇੱਥੇ ਸਰੋਵਰ ਬਣਾਈਏ, ਤੀਰਥ ਬਣਾਈਏ। ਤਾਂ ਸਰਿਆਲੀ ਦੇ ਜ਼ਿਮੀਂਦਾਰ ਜਿਹੜੇ ਸੀ ਇਹ ਜੋਗੀਆਂ ਦੀ ਚੁੱਕ 'ਚ ਆ ਗਏ। ਤਾਂ ਜੋਗੀਆਂ ਦੀ ਚੁੱਕ ਜਾਣ ਕੇ ਇਹਨਾਂ ਨੇ ਮਹਾਰਾਜ ਨੂੰ ਜਗ੍ਹਾ ਨਾ ਦਿੱਤੀ। ਇਸੇ ਤਰ੍ਹਾਂ ਮਹਾਰਾਜ ਫਿਰ ਆਪਣੇ ਇੱਧਰ ਜਿਹੜਾ ਸੁਰ ਸਿੰਘ ਦਾ ਇਲਾਕਾ ਵਾ ਉੱਥੇ ਸੁਰ ਸਿੰਘ ਵੀ ਮਹਾਰਾਜ ਬਣਾਉਣ ਲੱਗੇ ਤਰਨ ਤਾਰਨ ਸਾਹਿਬ ਉਸ ਇਲਾਕੇ 'ਚ। ਉੱਥੋਂ ਦੇ ਵੀ ਜ਼ਿਮੀਂਦਾਰਾਂ ਨੇ ਮਹਾਰਾਜ ਨੂੰ ਜ਼ਮੀਨ ਨਹੀਂ ਦਿੱਤੀ। ਫਿਰ ਮਹਾਰਾਜ ਨੇ ਅੱਜ ਜਿੱਥੇ ਤਰਨ ਤਾਰਨ ਸਾਹਿਬ ਬਣਿਆ ਹੈ ਉੱਥੇ ਫਿਰ ਮਹਾਰਾਜ ਨੇ ਜ਼ਮੀਨ ਲੈ ਕੇ ਤੇ ਇਹ ਸਭ ਤੋਂ ਵੱਡਾ ਤੀਰਥ ਜਿਹੜਾ ਹੈ ਇਲਾਕੇ ਦਾ ਬਣਾਇਆ ਤੇ ਨਾਲ ਵਰ ਦਿੱਤਾ ਵੀ ਜਿਹੜਾ ਭਾਦੋਂ ਦੀ ਮੱਸਿਆ ਨੂੰ, ਇਹ ਸਾਡੇ ਇਤਿਹਾਸ 'ਚ ਲਿਖਿਆ ਵੀ ਜਿਹੜਾ ਭਾਦੋਂ ਦੀ ਮੱਸਿਆ ਨੂੰ ਸਰੋਵਰ ਦੇ ਕੰਢੇ ਤੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਕਰਾਵੇਗਾ, ਜੇ ਉਹਦੇ ਘਰ ਔਲਾਦ ਨਾ ਹੋਵੇਗੀ ਤਾਂ ਉਹਦੇ ਘਰ ਬੱਚਾ ਹੋਇਆ ਕਰੇਗਾ। ਇਹ ਮਹਾਰਾਜ ਨੇ ਵਰ ਦਿੱਤਾ ਜਿਹੜਾ ਇਤਿਹਾਸ ਦੇ ਵਿੱਚ ਵੀ ਆਉਂਦਾ ਹੈ। ਸੋ ਮਹਾਂਪੁਰਖ ਸੰਤ ਬਾਬਾ ਚਰਨ ਸਿੰਘ ਜੀ ਸਰਿਆਲੀ ਸਾਹਿਬ ਵਾਲੇ ਇੱਥੇ ਸਰਿਆਲੀ ਸਾਹਿਬ ਜਿੱਥੇ ਪੰਜਵੇਂ ਪਾਤਸ਼ਾਹ ਦੀ ਯਾਦ ਵਿੱਚ ਆਪਣੇ ਸਰੋਵਰ ਬਣ ਰਿਹਾ ਹੈ ਇੱਥੇ ਬੈਠੇ ਸਨ। ਤਾਂ ਸਾਡੇ ਜਿਹੜੇ ਵੱਡੇ ਸੀ ਬਜ਼ੁਰਗ
संत बाबा अमरजीत सिंह जी, बाबा नानक सिंह जी, ये जीप लैके आए तरन तारण साहब तो। ये हुण साडे थोड़ा जिहा हुंदा ही आ भी संत उहनूं मनो जिहड़ा दिल दी बुझे। इन्हां दे मन दे विच आई, इन्हां ने उथों अंब लै ले तरन तारण साहबों, चंगे वधिया बड़े मिठे। ते वो जीप पीजो जीपां हुंदियां सी पुराणियां पीजो, ਉਹਦੇ ਵਿੱਚ ਪਿੱਛੇ ही रख के ते आप गां मत्था टेकण आ गए। ते सरोवर के कंढे ते बाबा जी कीर्तन करते पे सन, होर भी संगतां लागे बैठियां। ते आप जी नूं पता सी भी जदों कीर्तन करते सी फिर ना वो धुप वेंदे ना छां। जे वो कीर्तन करन लग पे तो 8-8 घंटे 10-10 घंटे 12-12 घंटे भी वो कीर्तन कर लैंदे सन। तां महापुरखां दे उत्ते शरधा की गल चलती पई सी, तां साडे जिहड़े बजुर्ग ने इन्हां दे मन दे विच आया भी जे संत आपदे मूँहों कहण भी जिहड़े अंब जीभ च लको के रख के आया लै आ कढ के, ते फिर ते मनांगे भी ये पूरे संत आ, ये पूरे साध आ। सो वो गल होई जदों आण के लागे नमस्कार कीती तां बाबा जी होर भजन कीते। सब को करन तो बाद कहिंदे वो शब्द वरतदे हुंदे सी महापुरखां नूं पता प्राहुणा, वो कहिंदे प्राहुणिया जिहड़े अंब गड्डी जी रख आया वो लै आ कढ के, फिर इन्हां ने चरण फड़ ले। सो कहण तो भाव ऐसे समर्थ महापुरुष सन संत बाबा चरण सिंह जी सरियाली साहिब वाले, संत बाबा तारा सिंह जी। वो तो कोई कहण की गल ही नहीं, कहबे को शोभा नहीं, बस देखा ही प्रमाण वाले महा वाक ने गुरबाणी दे। सो ऐसे महापुरुष सतपुरुष। फिर आनंदपुर साहब श्री गुरु हरगोबिंद साहब की याद अंदर पड़ा बनाया। एक तो इधर किला होलगढ़ साहब के लागे माता जीत कौर जी का स्थान है। माता जीत कौर जी के उन्होंने प्रतख दर्शन होंदे सी, जिद्दां माता बचन करती सी उदां ही वो सेवा अगे चलाउंदे सन। एडी महाराज की उन्हां उत्ते किरपा सी बाबा चरण सिंह जी की। तां जदों समलो 10वें पातशाह की याद च गुरु हरगोबिंद साहब की याद च महापुरखा ने गुरुद्वारा बनाया, उत्थे एक बकरा चरदा फिरदा सी। ये कोई झूठ नहीं, एवें ना समझ लो भी शायद ये कथा कहानियां तुहानूं सुनाई जाता। हुण कदी बकरे ने दुध दिता, ये आप अखीं वेखी गल है। कदी बकरे ने दुध दिता, ये गुरबाणी कहती है भी नारी तेजो पुरख करावे पुरखन तेजो नारी। भी जे वाहिगुरू परमेश्वर चाहे तो बंदे तो भावें औरत बना दे, औरत तो भावें बंदा बना दे, इन्नी समर्था का मालक। तां उत्थे कोई वचन चलिया आपस विच, तां बाबा जी दे मूँह निकल गया भी कोई नहीं हैनू चोलो। वो कहिंदे बाबा जी टिचर करदे कदी बकरियां भी दुध दिता। चलो वाहिगुरू कह के ये सच्ची गल है कि उन्होंने जदों चोया गया उन्हें दुध दिता। वो फिर गल ना वाहवा इलाके च फैल गई ते उथे अपना पड़ाव आ मुंडे पिंडियां दा छोटा जिहा किला साहब के सामने। तो वो गल चल पई भी इदां किदां हो सकता है, एवें दिने ये झूठ मारी जाते आ, पखंड करी जाते साधां दे चेले, इदां कदी हुंदा किते? इदां नहीं हुंदा। चलो उन्होंने समलो तो लैके आए। फिर जदों लैके आए इस तारागढ़ साहब के लागे स्थान है जिहदी मैं गल करदा पिया। जदों लैके आए तो उत्थे अपने जिहड़ा मुंडे पिंड वाला पड़ाव आ आनंदपुर साहब जिथे लंगर लाईदा, उत्थे उन्होंने चेचा जीव च लद के लिआंदा ते सारियां नूं चो के विखाया ते तसल्ली कराई। सो कहण तो भाव कि बाबा चरण सिंह जी ऐसी समर्था वाले साधु सन। इहो जी उन्हां ते महाराज की 5वें पातशाह की किरपा सी
ਸੰਤ ਬਾਬਾ ਤਾਰਾ ਸਿੰਘ ਜੀ ਸਰਿਆਲੀ ਸਾਹਿਬ ਵਾਲਿਆਂ ਦੀ ਉਹਨਾਂ ਤੇ ਕਿਰਪਾ ਸੀ। ਸਿੰਘ ਸਾਹਿਬ ਅਮਰ ਸ਼ਹੀਦਾਂ ਦਾ ਸਥਾਨ ਬਾਬਾ ਰਾਮ ਸਿੰਘ ਜੀ ਸਰਿਆਲੀ ਸਾਹਿਬ ਵਾਲਿਆਂ ਦੀ ਉਹਨਾਂ ਉੱਤੇ ਕਿਰਪਾ ਸੀ। ਸੋ ਹੱਥ ਦੇ ਉਹਨਾਂ ਦੇ ਸਰੋਂ ਜੰਮਦੀ ਸੀ, ਪਰ ਆਪਣਾ ਆਪ ਉਹ ਜਣਾਉਂਦੇ ਨਹੀਂ ਸਨ। ਬੜੀ ਸਾਦਗੀ ਵਿੱਚ ਰਹਿੰਦੇ ਸਨ, ਬੜੇ ਸਾਦੇ ਪਹਿਰਾਵੇ ਵਿੱਚ ਉਹਨਾਂ ਦੀ ਰਹਿਣੀ ਸੀ ਤੇ ਛੇਤੀ ਕੀਤਿਆਂ ਉਹ ਆਪਣਾ ਆਪ ਕਿਸੇ ਨੂੰ ਜਣਾਉਂਦੇ ਨਹੀਂ ਸੀ। ਜਿਨ੍ਹਾਂ ਦੇ ਨਾਲ ਉਹਨਾਂ ਦਾ ਦਿਲੀ ਪ੍ਰੇਮ ਸੀ ਉਹਨਾਂ ਉੱਤੇ ਉਹ ਕਿਰਪਾ ਵੀ ਕਰਦੇ ਸੀ, ਉਹਨਾਂ ਦੀ ਭਾਵਨਾ ਵੀ ਪੂਰੀ ਕਰਦੇ ਸੀ ਤੇ ਜੋ ਵੀ ਉਹਨਾਂ ਨੂੰ ਚਾਹੀਦਾ ਸੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚੋਂ ਲੈ ਕੇ ਵੀ ਦਿੰਦੇ ਸੀ ਸਤਿਗੁਰੂ ਪਾਸੋਂ। ਸੋ ਮੈਂ ਤਾਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਸੰਤ ਬਣਨਾ ਬੜਾ ਔਖਾ। ਜੇ ਮਹਾਰਾਜ ਦੇ ਇਕੱਲੇ ਦਰਸ਼ਨ ਹੀ ਕਰਨੇ ਹੋਣ ਤੇ 3.5 ਕਰੋੜ ਮੂਲ ਮੰਤਰ ਦਾ ਜਾਪ ਕਰੇ। ਆ ਤੇ ਮੇਰੇ ਭਰਾ ਐਵੇਂ ਹੀ ਕਹਿ ਦਿੰਦੇ 5 ਮਿੰਟ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੋ, 5 ਮਿੰਟਾਂ ਨਾਲ ਇੱਥੇ ਕੁਛ ਨਹੀਂ ਬਣਦਾ। ਜਾਂ 13 ਕਰੋੜ ਗੁਰਮੰਤਰ ਦਾ ਅਭਿਆਸ ਕਰੇ, ਜਾਂ ਫਿਰ 40,000 ਵਾਰ ਇੱਕ ਦਿਹਾੜੀ 'ਚ ਵਾਹਿਗੁਰੂ ਦਾ ਸਿਮਰਤ ਕਰੇ। ਹੌਲੀ ਹੌਲੀ ਫਿਰ ਕਿਰਪਾ ਹੁੰਦੀ ਹੈ ਕਿ ਜਿਹੜਾ ਜਾਪ ਹੈ ਉਹ ਜ਼ਬਾਨ ਤੋਂ ਗਲ ਦੇ ਵਿੱਚ, ਗਲ ਤੋਂ ਹਿਰਦੇ ਵਿੱਚ, ਹਿਰਦੇ ਵਿੱਚੋਂ ਨਾਭ ਵਿੱਚ, ਤੇ ਜਦੋਂ ਨਾਭੀ ਦੇ ਵਿੱਚ ਉਤਰ ਜਾਂਦਾ ਹੈ ਫਿਰ ਐਸੀ ਅਵਸਥਾ ਬਣਦੀ ਹੈ ਵੀ ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਸੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਹਾਕਮ ਸਿੰਘ ਜੀ ਜਿਹੜੇ ਬੜੇ ਪ੍ਰੇਮ ਦੇ ਨਾਲ ਸਟੇਜ ਉੱਤੇ ਪ੍ਰਬੰਧ ਚਲਾ ਰਹੇ ਹਨ, ਆਪ ਸੰਗਤਾਂ ਨੂੰ ਆਏ ਹੋਏ ਬੁਲਾਰਿਆਂ ਪਾਸੋਂ ਗੁਰਮਤਿ ਵਿਚਾਰਾਂ ਸ਼ਰਵਣ ਕਰਾਉਂਦੇ ਨੇ। ਔਰ ਬੜਾ ਵੱਡਾ ਮਹਾਂਪੁਰਖਾਂ ਦਾ ਉਪਰਾਲਾ ਹੈ ਸ਼੍ਰੀਮਾਨ ਸੰਤ ਬਾਬਾ ਸੁੱਖਾ ਸਿੰਘ ਜੀ, ਜਿਨ੍ਹਾਂ ਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਬੜੀ ਵੱਡੀ ਵਿਦਿਅਕ ਅਦਾਰਿਆਂ ਦੀ ਸੇਵਾ ਕੀਤੀ ਹੈ। ਜਿੱਥੇ ਸਰਿਆਲੀ ਸਾਹਿਬ ਸਕੂਲ ਕਾਲਜ ਉਹਦਾ ਪ੍ਰਬੰਧ ਬਹੁਤ ਸੋਹਣਾ ਮਹਾਂਪੁਰਖਾਂ ਨੇ ਆਪਣੇ ਹੱਥਾਂ ਵਿੱਚ ਲੈ ਕੇ ਕੀਤਾ ਹੈ। ਉੱਥੇ ਆਪਣੇ ਨਾਲ ਹੀ ਇੱਥੇ ਇਸ ਪੜਾਅ ਦੇ ਨਾਲ ICSE ਜਿਹੜੀ ਸਭ ਤੋਂ ਵੱਡੀ ਪੜ੍ਹਾਈ ਮੰਨੀ ਜਾਂਦੀ ਹੈ, ਉਹਦਾ ਸਕੂਲ ਵੀ ਮਹਾਂਪੁਰਖਾਂ ਨੇ ਬੜੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਖੋਲ੍ਹਿਆ ਹੈ। ਇਸ ਜਗ੍ਹਾ ਉੱਤੇ ਬੜੀ ਚੜ੍ਹਦੀ ਕਲਾ ਦੇ ਨਾਲ ਚੱਲਦਾ ਪਿਆ ਹੈ। ਔਰ ਆ ਜਿੰਨੀ ਸੇਵਾ ਇੱਥੇ ਹੋਈ ਹੈ ਇਹ ਸਾਰੀ ਸੰਤ ਬਾਬਾ ਹਾਕਮ ਸਿੰਘ ਜੀ ਨੇ ਜਿੰਨੀ ਵੀ ਗੁਰਪੁਰੀ ਸਾਹਿਬ ਦੇ ਵਿੱਚ ਸੇਵਾ ਕਰਵਾਈ ਹੈ, ਟੈਲ ਲੱਗੀ ਹੈ, ਹੋਰ ਵੀ ਸੋਹਣੇ ਪਾਰਕ ਬਣੇ ਨੇ। ਸੋ ਇਹ ਸ਼੍ਰੀਮਾਨ ਸੰਤ ਬਾਬਾ ਸੁੱਖਾ ਸਿੰਘ ਜੀ, ਸੰਤ ਬਾਬਾ ਹਾਕਮ ਸਿੰਘ ਜੀ ਦਾ ਦਾਸ ਤਹਿ ਦਿਲੋਂ ਧੰਨਵਾਦ ਕਰਦਾ ਹੈ। ਨਾਲ ਹੀ ਸਾਡੇ ਸਤਿਕਾਰਯੋਗ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਨਾਮ ਸ੍ਰੀ